ਗੁੱਡ ਮਾਰਨਿੰਗ ਡੀਅਰ ਸਟੂਡੈਂਟ। ਅੱਜ ਅਸੀਂ ਕਰਨ ਜਾ ਰਹੇ ਹਾਂ ਸਾਡਾ ਅਗਲਾ ਪਾਠ 1857 ਈਸਵੀ ਦੇ ਗਦਰ ਵਿੱਚ ਹਰਿਆਣੇ ਦਾ ਯੋਗਦਾਨ। ਕਿ ਹਰਿਆਣੇ ਦੇ ਕਿੰਨਾ ਦੇਸ਼ ਭਗਤਾਂ ਨੇ 1857 ਈਸਵੀ ਦੇ ਅੰਗਰੇਜ਼ਾਂ ਦੇ ਵਿਦਰੋਹ ਦੇ ਵਿੱਚ ਯੋਗਦਾਨ ਪਾਇਆ। ਜਿਹੜੀ ਆਜ਼ਾਦੀ ਸਾਨੂੰ 15 ਅਗਸਤ 1947 ਨੂੰ ਮਿਲੀ, ਉਸ ਲਈ ਸਾਡੇ ਦੇਸ਼ ਭਗਤਾਂ ਨੇ ਲੰਬਾ ਸੰਘਰਸ਼ ਕੀਤਾ ਅਤੇ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ। ਦੇਸ਼ ਦੀ ਆਜ਼ਾਦੀ ਲਈ 1857 ਦਾ ਗਦਰ ਪਹਿਲਾ ਜਥੇਬੰਦਕ ਅੰਦੋਲਨ ਸੀ। ਭਾਵੇਂ ਇਹ ਬਗਾਵਤ ਜਨਵਰੀ 1857 ਈਸਵੀ ਦੇ ਚਰਬੀ ਵਾਲੇ ਕਾਰਤੂਸਾਂ ਦੀ ਅਫਵਾਹ ਨਾਲ ਸ਼ੁਰੂ ਹੋਈ, ਪਰ ਕਿਸਾਨ ਵੀ ਈਸਟ ਇੰਡੀਆ ਕੰਪਨੀ ਦੀ ਲਗਾਨਦਾਰ ਅਤੇ ਵਸੂਲੀ ਦੇ ਤਰੀਕਿਆਂ ਤੋਂ ਬਹੁਤ ਹੀ ਦੁਖੀ ਸਨ। ਦਸਤਕਾਰੀ ਅਤੇ ਛੋਟੇ ਉਦਯੋਗ ਧੰਦੇ ਕੰਪਨੀ ਦੀਆਂ ਨੀਤੀਆਂ ਕਾਰਨ ਬਰਬਾਦ ਹੋ ਰਹੇ ਸਨ। ਇਸ ਲਈ ਆਮ ਲੋਕਾਂ ਵਿੱਚ ਅੰਗਰੇਜ਼ਾਂ ਵਿਰੁੱਧ ਰੋਸ ਅਤੇ ਗੁੱਸਾ ਸੀ। ਜੋ ਅੰਗਰੇਜ਼ ਈਸਟ ਇੰਡੀਆ ਕੰਪਨੀ ਜੋ ਵੀ ਜ਼ਬਰਦਸਤੀ ਭਾਰਤ ਤੇ ਦਰਾਂ ਜਾਂ ਲਗਾਨ ਵਸੂਲ ਰਹੀ ਸੀ, ਉਹਨਾਂ ਦੇ ਵਿਰੁੱਧ ਲੋਕਾਂ ਦੇ ਵਿੱਚ ਰੋਸ ਸੀ। ਅੰਗਰੇਜ਼ ਸਰਕਾਰ ਨੇ ਇਸ ਨੂੰ ਸਿਰਫ ਫੌਜੀ ਬਗਾਵਤ ਜਾਂ ਦੇਸੀ ਰਾਜਿਆਂ ਦਾ ਵਿਦਰੋਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਸ ਤਰ੍ਹਾਂ ਇਸ ਬਗਾਵਤ ਵਿੱਚ ਬਾਗੀ ਫੌਜੀਆਂ ਦੇ ਨਾਲ ਆਮ ਲੋਕਾਂ ਨੇ ਹਿੱਸਾ ਲਿਆ ਪਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ 1857 ਦੀ ਬਗਾਵਤ ਸਾਡੇ ਦੇਸ਼ ਦਾ ਪਹਿਲਾ ਸੁਤੰਤਰਤਾ ਸੰਗਰਾਮ ਸੀ। ਮਤਲਬ ਆਜ਼ਾਦੀ ਪ੍ਰਾਪਤ ਕਰਨ ਲਈ ਪਹਿਲਾ ਵਿਦਰੋਹ 1857 ਨੂੰ ਮੰਨਿਆ ਜਾਂਦਾ ਹੈ। ਸਾਡੇ ਸੂਬੇ ਹਰਿਆਣੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਅੰਗਰੇਜ਼ੀ ਹਕੂਮਤ ਵਿਰੁੱਧ ਬਗਾਵਤ ਕੀਤੀ। ਸੂਬੇ ਦੀਆਂ ਕਈ ਦੇਸੀ ਰਿਆਸਤਾਂ ਨੇ ਵੀ ਅੰਗਰੇਜ਼ੀ ਫੌਜਾਂ ਨਾਲ ਲੋਹਾ ਲਿਆ, ਮਤਲਬ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ। ਝੱਜਰ ਦੀ ਰਿਆਸਤ ਉਸ ਸਮੇਂ ਸਭ ਤੋਂ ਵੱਡੀ ਰਿਆਸਤ ਸੀ। ਅਬਦੁਲ ਰਹਿਮਾਨ ਖਾਂ ਉਸ ਦਾ ਨਵਾਬ ਸੀ। ਪਹਿਲਾਂ ਤੋਂ ਅੰਗਰੇਜ਼ਾਂ ਦਾ ਵਫਾਦਾਰ ਰਿਹਾ, ਪਰ ਲੋਕਾਂ ਦੀ ਬਗਾਵਤ ਅਤੇ ਦਿੱਲੀ ਦੇ ਬਾਦਸ਼ਾਹ ਕਾਰਨ ਉਹ ਵੀ ਵਿਦਰੋਹ ਵਿੱਚ ਸ਼ਾਮਿਲ ਹੋ ਗਿਆ। ਉਸ ਨੇ ਬਹਾਦਰ ਸ਼ਾਹ ਦੀ ਮਦਦ ਲਈ ਫੌਜ ਵੀ ਭੇਜੀ ਅਤੇ ਪੈਸੇ ਵੀ ਦਿੱਤੇ। ਉਸ ਨੇ ਬਾਗੀਆਂ ਦੀ ਮਦਦ ਕੀਤੀ। ਦਿੱਲੀ ਦੇ ਬਾਦਸ਼ਾਹ ਨੂੰ ਕੈਦ ਕਰਨ ਤੋਂ ਬਾਅਦ ਅੰਗਰੇਜ਼ੀ ਫੌਜ ਨੇ ਝੱਜਰ ਤੇ ਹਮਲਾ ਕਰ ਦਿੱਤਾ। ਨਵਾਬ ਦੀ ਫੌਜ ਬੜੀ ਬਹਾਦਰੀ ਨਾਲ ਲੜੀ, ਪਰ ਅੰਗਰੇਜ਼ਾਂ ਨੇ ਨਵਾਬ ਨੂੰ ਗ੍ਰਿਫਤਾਰ ਕਰ ਲਿਆ। ਉਸ ਦਾ ਸਾਰਾ ਖਜ਼ਾਨਾ ਲੁੱਟ ਲਿਆ। ਨਵਾਬ ਤੇ ਮੁਕੱਦਮਾ ਚਲਾ ਕੇ ਦਿੱਲੀ ਦੇ ਕਿਲੇ ਦੇ ਸਾਹਮਣੇ ਫਾਂਸੀ ਦਿੱਤੀ ਗਈ। ਝੱਜਰ ਦੇ ਨਾਲ ਲੱਗਦੇ ਰੋਹਤਕ ਸ਼ਹਿਰ ਅਤੇ ਅਨੇਕ ਪਿੰਡਾਂ ਵਿੱਚ ਲੋਕਾਂ ਨੇ ਵਿਦਰੋਹ ਕੀਤਾ। ਇੱਥੇ ਵੀ ਸੈਂਕੜੇ ਦੇਸ਼ ਭਗਤ ਮਾਰੇ ਗਏ। ਦਿੱਲੀ ਦੇ ਨਜ਼ਦੀਕ ਹੋਣ ਕਰਕੇ ਗੁੜਗਾਉਂ ਜ਼ਿਲ੍ਹੇ ਵਿੱਚ ਵੀ ਕਈ ਥਾਈਂ ਬਗਾਵਤ ਹੋਈ। ਇੱਥੇ ਫਰੂਖਨਗਰ ਵੀ ਇੱਕ ਛੋਟੀ ਜਿਹੀ ਰਿਆਸਤ ਸੀ ਅਤੇ ਅਬਦੁਲ ਅਲੀ ਗੁਲਾਮ ਇਸ ਦੇ ਨਵਾਬ ਸਨ। ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਦੇਸ਼ ਦਾ ਰਾਜਾ ਮੰਨਦੇ ਹੋਏ ਉਹਨਾਂ ਦੀ ਮਦਦ ਲਈ ਫੌਜ ਦੀ ਟੁਕੜੀ ਭੇਜੀ। ਰਿਆਸਤ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਅੰਗਰੇਜ਼ ਜਨਰਲ ਸਾਵਰ ਨੇ ਗੁੜਗਾਉਂ ਦੇ ਵਿਦਰੋਹ ਨੂੰ ਦਬਾਉਣ ਤੋਂ ਬਾਅਦ ਫਰੂਖਨਗਰ ਦੇ ਜ਼ਿਲ੍ਹੇ ਤੇ ਹਮਲਾ ਕਰ ਦਿੱਤਾ। ਨਵਾਬ ਦੀ ਫੌਜ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ, ਪਰ ਅੰਗਰੇਜ਼ਾਂ ਦੀ ਵਿਸ਼ਾਲ ਫੌਜ ਅਤੇ ਤੋਪਖਾਨੇ ਦੇ ਸਾਹਮਣੇ ਉਹ ਟਿਕ ਨਾ ਸਕੀ। ਇਸ ਲੜਾਈ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ। ਅੰਗਰੇਜ਼ਾਂ ਨੇ ਨਵਾਬ ਨੂੰ ਗ੍ਰਿਫਤਾਰ ਕਰਕੇ ਲਾਲ ਕਿਲੇ ਵਿੱਚ ਕੈਦ ਕਰ ਲਿਆ। ਉਸਨੇ ਦੇਸ਼ ਭਗਤ ਨਵਾਬ ਨੂੰ ਦਿੱਲੀ ਵਿੱਚ 23 ਜਨਵਰੀ 1858 ਨੂੰ ਚਾਂਦਨੀ ਚੌਕ ਵਿੱਚ ਕੋਤਵਾਲੀ ਦੇ ਸਾਹਮਣੇ ਫਾਂਸੀ ਲਾ ਦਿੱਤੀ। ਫਰੂਖਨਗਰ ਦਾ ਕਿਲਾ, ਜਿਹੜਾ ਕਿ ਇੱਕ ਖੰਡਰ ਬਣ ਚੁੱਕਿਆ ਹੈ, ਅੱਜ ਵੀ ਬਗਾਵਤ ਦੀ ਕਹਾਣੀ ਕਹਿ ਰਿਹਾ ਹੈ। ਨਾਲ ਲੱਗਦੇ ਜ਼ਿਲ੍ਹੇ ਮੇਵਾਤ ਦੇ ਲੋਕ ਬਹੁਤ ਹੀ ਬਹਾਦਰੀ ਨਾਲ ਅੰਗਰੇਜ਼ਾਂ ਦੇ ਖਿਲਾਫ ਲੜੇ ਅਤੇ ਹਜ਼ਾਰਾਂ ਹੀ ਲੋਕ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਇਸ ਇਲਾਕੇ ਦੇ ਕਈ ਪਿੰਡਾਂ ਨੂੰ ਵੀ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਦਿੱਲੀ ਦੇ ਦੱਖਣ ਵਿੱਚ ਬੱਲਭਗੜ੍ਹ ਇੱਕ ਛੋਟੀ ਜਿਹੀ ਰਿਆਸਤ ਸੀ। ਨਾਹਰ ਸਿੰਘ ਉੱਥੋਂ ਦਾ ਰਾਜਾ ਸੀ। ਉਹ 1839 ਈਸਵੀ ਵਿੱਚ ਗੱਦੀ ਤੇ ਬੈਠਿਆ ਸੀ। ਅੰਗਰੇਜ਼ਾਂ ਨੇ ਉਸ ਦੀ ਰਿਆਸਤ ਦੇ ਬਹੁਤ ਸਾਰੇ ਪਿੰਡ ਖੋਹ ਲਏ। ਇਸ ਕਰਕੇ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਗੁੱਸਾ ਸੀ। ਜਦੋਂ ਬਾਗੀ ਫੌਜੀਆਂ ਦਾ ਦਿੱਲੀ ਤੇ ਕਬਜ਼ਾ ਹੋ ਗਿਆ ਤਾਂ ਨਾਹਰ ਸਿੰਘ ਨੇ ਬਗਾਵਤ ਕਰ ਦਿੱਤੀ। ਉਸਨੇ ਬਹਾਦਰ ਸ਼ਾਹ ਜ਼ਫਰ ਨੂੰ ਚਿੱਠੀ ਲਿਖ ਕੇ ਮਦਦ ਦਾ ਭਰੋਸਾ ਦਿੱਤਾ। ਘੋੜਸਵਾਰਾਂ ਅਤੇ ਫੌਜੀਆਂ ਦੀ ਟੁਕੜੀ ਵੀ ਦਿੱਲੀ ਭੇਜ ਦਿੱਤੀ। ਨਾਹਰ ਸਿੰਘ ਦੀ ਨਾਕੇਬੰਦੀ ਬਹੁਤ ਹੀ ਮਜ਼ਬੂਤ ਸੀ, ਇਸ ਕਰਕੇ ਅੰਗਰੇਜ਼ ਫੌਜ ਇਸ ਪਾਸਿਓਂ ਦਿੱਲੀ ਵਿੱਚ ਨਹੀਂ ਸੀ ਜਾ ਸਕਦੀ। ਅੰਗਰੇਜ਼ੀ ਫੌਜ ਨੇ ਜਨਰਲ ਸਾਂਵਰ ਦੀ ਅਗਵਾਈ ਵਿੱਚ ਬੱਲਭਗੜ੍ਹ ਤੇ ਹਮਲਾ ਕਰ ਦਿੱਤਾ। ਇੱਥੋਂ ਹੋਏ ਭਾਰੀ ਯੁੱਧ ਦੌਰਾਨ ਹੀ ਅੰਗਰੇਜ਼ਾਂ ਨੇ ਚਲਾਕੀ ਨਾਲ ਨਾਹਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮੁਕੱਦਮੇ ਦਾ ਨਾਟਕ ਰਚ ਕੇ ਉਸਨੂੰ ਫਾਂਸੀ ਦਿੱਤੀ ਗਈ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਵੀ ਉਜਾੜ ਦਿੱਤਾ ਗਿਆ। ਉਸਦੀ ਸਾਰੀ ਜਾਇਦਾਦ ਜ਼ਬਤ ਕਰਕੇ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਗਦਾਰਾਂ ਵਿੱਚ ਵੰਡ ਦਿੱਤੀ ਗਈ। ਇਸੇ ਤਰ੍ਹਾਂ ਜਿਵੇਂ ਅਸੀਂ ਪਹਿਲਾਂ ਵੀ ਕਿ ਝੱਜਰ ਦੇ ਨਵਾਬ ਨੂੰ, ਉਸ ਤੋਂ ਬਾਅਦ ਫਰੂਖਨਗਰ ਦੇ ਕਿਲੇ ਤੇ ਹਮਲਾ ਕੀਤਾ ਅਤੇ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਬੱਲਭਗੜ੍ਹ ਦੇ ਜੋ ਰਾਜਾ ਸੀ ਨਾਹਰ ਸਿੰਘ, ਉਸ ਨੂੰ ਵੀ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਇਹਨਾਂ ਸਾਰਿਆਂ ਦਾ 1857 ਦੇ ਗਦਰ ਦੇ ਵਿੱਚ ਯੋਗਦਾਨ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਹੈ ਰਿਵਾੜੀ ਰਿਆਸਤ ਦੇ ਕਾਫੀ ਪਿੰਡ ਰਾਓ ਤੁਲਾ ਰਾਮ
ਦੇ ਬਜ਼ੁਰਗਾਂ ਪਾਸੋਂ ਅੰਗਰੇਜ਼ਾਂ ਨੇ ਖੋਹ ਲਏ ਸਨ। ਸੰਨ 1857 ਵਿੱਚ ਇੱਥੇ ਵੀ ਬਗਾਵਤ ਹੋਣ ਲੱਗੀ। ਰਾਓ ਤੁਲਾ ਰਾਮ ਨੇ ਬਹਾਦਰ ਸ਼ਾਹ ਜ਼ਫਰ ਨੂੰ ਪੱਤਰ ਲਿਖ ਕੇ ਵਧਾਈ ਦਿੱਤੀ ਅਤੇ ਸਾਥ ਦੇਣ ਦਾ ਵਾਅਦਾ ਕੀਤਾ। ਉਹਨਾਂ ਨੇ ਤਹਿਸੀਲ 'ਤੇ ਕਬਜ਼ਾ ਕਰਕੇ ਖਜ਼ਾਨਾ ਲੁੱਟ ਲਿਆ ਅਤੇ ਦਿੱਲੀ ਦੇ ਬਾਦਸ਼ਾਹ ਦੀ ਤਰਫੋਂ ਆਪਣੇ ਆਪ ਨੂੰ ਰਾਜਾ ਐਲਾਨ ਦਿੱਤਾ। ਉਹਨਾਂ ਨੇ ਰਾਮਪੁਰ ਨੂੰ ਆਪਣੀ ਰਾਜਧਾਨੀ ਬਣਾ ਕੇ 5000 ਫੌਜੀ ਭਰਤੀ ਕਰ ਲਏ। ਦਿੱਲੀ 'ਤੇ ਅੰਗਰੇਜ਼ਾਂ ਦਾ ਮੁੜ ਕਬਜ਼ਾ ਹੋਇਆ ਅਤੇ ਜਨਰਲ ਸਾਵਰ ਰੇਵਾੜੀ ਵੱਲ ਚੱਲ ਪਿਆ। ਰਾਓ ਤੁਲਾ ਰਾਮ ਨੇ ਬੜੀ ਹੁਸ਼ਿਆਰੀ ਵਰਤਦੇ ਹੋਏ ਰਾਮਪੁਰ ਛੱਡ ਦਿੱਤਾ ਅਤੇ ਸੇਖਾਵਟੀ ਜੈਪੁਰ ਵਿਖੇ ਬਾਗੀਆਂ ਨੂੰ ਇਕੱਠੇ ਕਰ ਲਿਆ। ਫਿਰ ਅੰਗਰੇਜ਼ ਜਨਰਲ ਗੈਰਾਟ ਵੱਡੀ ਫੌਜ ਲੈ ਕੇ ਰੇਵਾੜੀ ਆਇਆ। ਇਸ ਦੀ ਖਬਰ ਮਿਲਣ 'ਤੇ ਰਾਓ ਤੁਲਾ ਰਾਮ ਨਾਰਨੌਲ ਦੇ ਮੈਦਾਨ ਵਿੱਚ ਆ ਗਿਆ। ਉਸ ਨਾਲ ਝੱਜਰ ਦੇ ਅਬਦੁਲ ਸਮਦ ਖਾਂ ਭੱਟੂ ਦਾ ਸ਼ਹਿਜ਼ਾਦਾ ਮੁਹੰਮਦ ਅਜ਼ੀਜ਼ ਆਪਣੀਆਂ ਫੌਜਾਂ ਲੈ ਕੇ ਆ ਗਏ। ਦੂਜੇ ਪਾਸੇ ਅੰਗਰੇਜ਼ਾਂ ਕੋਲ ਇੱਕ ਵੱਡੀ ਫੌਜ ਅਤੇ ਤੋਪਖਾਨਾ ਸੀ। ਅੰਗਰੇਜ਼ਾਂ ਦੀ ਮਦਦ ਲਈ ਪੰਜਾਬ ਅਤੇ ਮੁਲਤਾਨ ਦੀਆਂ ਦੇਸੀ ਰਿਆਸਤਾਂ ਦੀਆਂ ਫੌਜਾਂ ਵੀ ਉਹਨਾਂ ਨਾਲ ਸਨ। ਨਸੀਰਪੁਰ ਦੇ ਮੈਦਾਨ ਵਿੱਚ ਬਹੁਤ ਭਾਰੀ ਜੰਗ ਹੋਈ। ਇਸ ਵਿੱਚ ਕਰਨਲ ਗੈਰਾਟ ਵੀ ਮਾਰਿਆ ਗਿਆ। ਰਾਓ ਤੁਲਾ ਰਾਮ ਦੇ ਮੁੱਖ ਜਨਰਲ ਰਾਓ ਰਾਮ ਲਾਲ ਅਤੇ ਕ੍ਰਿਸ਼ਨ ਗੋਪਾਲ ਵੀ ਸ਼ਹੀਦ ਹੋ ਗਏ, ਪਰ ਰਾਓ ਤੁਲਾ ਰਾਮ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ। ਉਹ ਰਾਜਸਥਾਨ ਦੇ ਰਿਆਸਤੀ ਰਾਜਿਆਂ ਪਾਸ ਮਦਦ ਲਈ ਗਈ, ਪਰ ਅੰਗਰੇਜ਼ਾਂ ਦੇ ਡਰ ਕਾਰਨ ਕਿਸੇ ਨੇ ਕੋਈ ਮਦਦ ਨਾ ਕੀਤੀ। ਇਸ ਤੋਂ ਬਾਅਦ ਉਹ ਕਾਲਪੀ ਨਾਂ ਦੇ ਥਾਂ 'ਤੇ ਤਾਂਤੀਆ ਟੋਪੇ ਨੂੰ ਮਿਲੇ। ਫਿਰ ਉਹ ਮੁੰਬਈ ਦੇ ਰਸਤੇ ਤੋਂ ਦੇਸ਼ ਤੋਂ ਬਾਹਰ ਚਲੇ ਗਏ। ਉਹਨਾਂ ਨੇ ਈਰਾਨ, ਰੂਸ ਅਤੇ ਅਫਗਾਨਿਸਤਾਨ ਦੇ ਰਾਜਿਆਂ ਕੋਲ ਵੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਬਿਮਾਰੀ ਕਾਰਨ ਅਫਗਾਨਿਸਤਾਨ ਵਿਖੇ 23 ਸਤੰਬਰ 1863 ਨੂੰ ਰਾਓ ਤੁਲਾ ਰਾਮ ਨੇ ਪ੍ਰਾਣ ਤਿਆਗ ਦਿੱਤੇ। ਉਹਨਾਂ ਦਾ ਬਲੀਦਾਨ ਦਿਵਸ ਹਰਿਆਣਾ ਵਿੱਚ ਸ਼ਹੀਦ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜੋ ਕਿ ਅਸੀਂ ਦਿਨ ਮਨਾਉਂਦੇ ਹਾਂ ਸ਼ਹੀਦ ਦਿਵਸ। ਉਹ ਕਿਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ? ਰਾਓ ਤੁਲਾ ਰਾਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸਰਸਾ ਜ਼ਿਲ੍ਹੇ ਦੇ ਰਾਣੀਆਂ ਰਿਆਸਤ ਦੇ ਨਵਾਬ ਨੂਰ ਮੁਹੰਮਦ ਨੇ ਵੀ ਅੰਗਰੇਜ਼ਾਂ ਵਿਰੁੱਧ ਬਗਾਵਤ ਕੀਤੀ। ਨਵਾਬ ਨੇ 4000 ਫੌਜੀ ਸਨ, ਜਿਨ੍ਹਾਂ ਨੇ ਓਡਾ ਪਿੰਡ ਕੋਲ ਉਹਨਾਂ ਦੀ ਅੰਗਰੇਜ਼ਾਂ ਨਾਲ ਲੜਾਈ ਹੋਈ। ਇਸ ਲੜਾਈ ਵਿੱਚ 530 ਫੌਜੀਆਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਨਵਾਬ ਬਚਦਾ ਹੋਇਆ ਲੁਧਿਆਣੇ ਪਹੁੰਚ ਗਿਆ, ਪਰ ਅੰਗਰੇਜ਼ਾਂ ਨੇ ਉਸ ਨੂੰ ਫੜ ਕੇ ਫਾਂਸੀ ਲਾ ਦਿੱਤਾ। ਜ਼ਿਲ੍ਹੇ ਦੇ ਪਿੰਡਾਂ, ਖੈਰਾਕਾਂ ਅਤੇ ਛਤਰੀਆਂ ਦੇ ਲੋਕਾਂ ਨੇ ਵੀ ਅੰਗਰੇਜ਼ਾਂ ਦਾ ਵਿਰੋਧ ਕੀਤਾ। ਅੰਗਰੇਜ਼ਾਂ ਨੇ ਇਹਨਾਂ ਪਿੰਡਾਂ ਨੂੰ ਅੱਗ ਲਾ ਕੇ ਪੂਰੀ ਤਰ੍ਹਾਂ ਉਜਾੜ ਦਿੱਤਾ। ਹਿਸਾਰ ਜ਼ਿਲ੍ਹੇ ਵਿੱਚ ਵੀ ਦਿੱਲੀ ਦੇ ਆਜ਼ਾਦ ਹੋਣ ਮਗਰੋਂ ਬਗਾਵਤ ਫੈਲ ਗਈ। ਹਾਂਸੀ ਵਿੱਚ ਹੁਕਮ ਚੰਦ ਕਾਨੂੰਗੋ ਅਤੇ ਮਿਰਜ਼ਾ ਮੁਨੀਰ ਬੇਗਮ ਨੇ ਬਾਗੀਆਂ ਦੀ ਅਗਵਾਈ ਕੀਤੀ। ਉਹਨਾਂ ਨੂੰ ਅੰਗਰੇਜ਼ੀ ਫੌਜ ਵਿੱਚ ਫੜ ਕੇ ਫਾਂਸੀ ਲਾ ਦਿੱਤੀ ਅਤੇ ਇਹਨਾਂ ਦੀਆਂ ਲਾਸ਼ਾਂ ਵੀ ਪਰਿਵਾਰ ਨੂੰ ਨਾ ਦਿੱਤੀਆਂ। ਇੱਥੋਂ ਦੇ ਪਿੰਡ ਰੋਹਨਾਤ, ਪੁੱਠੀ ਕਲਾਂ, ਮੰਗਾਲੀ, ਪਾਟੋਲ ਅਤੇ ਹੋਰ ਵੀ ਕਈ ਪਿੰਡਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਬਹੁਤ ਸਾਰੇ ਦੇਸ਼ ਭਗਤਾਂ ਨੂੰ ਹਾਂਸੀ ਵਿੱਚ ਰੋਡ ਰੋਲਰ ਨਾਲ ਦੜ ਕੇ ਸ਼ਹੀਦ ਕੀਤਾ ਗਿਆ। ਮਤਲਬ ਸੜਕ ਦੇ ਉੱਤੇ ਉਹਨਾਂ ਦੇ ਉੱਤੇ ਰੋਡ ਰੋਲਰ ਚਲਾ ਦਿੱਤਾ। ਪੂਰੀ ਸੜਕ ਸ਼ਹੀਦਾਂ ਦੇ ਖੂਨ ਨਾਲ ਰੰਗੀ ਗਈ। ਇਸੇ ਕਰਕੇ ਹੀ ਸੜਕ ਦਾ ਨਾਂ ਲਾਲ ਸੜਕ ਪੈ ਗਿਆ। ਹਿਸਾਰ ਸ਼ਹਿਰ ਵਿੱਚ 2000 ਬਾਗੀ ਦੇਸ਼ ਭਗਤ ਮੁਹੰਮਦ ਅਜ਼ੀਜ਼ ਦੀ ਅਗਵਾਈ ਹੇਠ ਅੰਗਰੇਜ਼ਾਂ ਖਿਲਾਫ ਲੜੇ ਅਤੇ 133 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਪਾਣੀਪਤ ਵਿਖੇ ਅਲੀ ਕਲੰਦਰ ਦੀ ਦਰਗਾਹ ਇੱਕ ਤਰ੍ਹਾਂ ਨਾਲ ਬਾਗੀਆਂ ਦਾ ਗੜ੍ਹ ਸੀ। ਇਹ ਜਰਨੈਲੀ ਸੜਕ ਹੋਣ ਕਰਕੇ ਇੱਥੇ ਭਾਰੀ ਲੜਾਈ ਹੋਈ ਅਤੇ ਸੈਂਕੜੇ ਦੇਸ਼ ਭਗਤ ਮਾਰੇ ਗਏ। ਅਲੀ ਕਲੰਦਰ ਨੂੰ ਫਾਂਸੀ ਦੇ ਦਿੱਤੀ ਗਈ। ਕਰਨਾਲ ਜ਼ਿਲ੍ਹੇ ਵਿੱਚ ਬਲਾਵਾਂਸਾ ਅਤੇ ਅਸੰਤ ਪਿੰਡਾਂ ਵਿੱਚ ਬਗਾਵਤ ਹੋਈ। ਥਾਣੇਸਰ ਵਿੱਚ ਵੀ ਲੋਕਾਂ ਨੇ ਵਿਦਰੋਹ ਕੀਤਾ ਅਤੇ ਬੜੀ ਬਹਾਦਰੀ ਨਾਲ ਲੜੇ। ਇੱਥੇ ਵੀ 135 ਦੇਸ਼ ਭਗਤ ਸ਼ਹੀਦ ਹੋਏ। ਅੰਬਾਲਾ ਜ਼ਿਲ੍ਹੇ ਦੇ ਰਿਆਸਤ ਗੜ੍ਹੀ ਕੋਤਾਹਾਂ ਦੇ ਨਵਾਬ ਨੇ ਵੀ ਲੋਕਾਂ ਨਾਲ ਮਿਲ ਕੇ ਅੰਗਰੇਜ਼ਾਂ ਖਿਲਾਫ ਬਗਾਵਤ ਕੀਤੀ, ਪਰ ਉਹ ਅੰਗਰੇਜ਼ਾਂ ਦਾ ਮੁਕਾਬਲਾ ਨਹੀਂ ਕਰ ਸਕੇ। ਸੋਨੀਪਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਲਿਵਾਸਪੁਰ, ਕੁੰਡਲੀ, ਬਹਾਲਗੜ੍ਹ, ਖਾਮਪੁਰ, ਅਲੀਪੁਰ ਅਤੇ ਹਮੀਦਪੁਰ ਵਿੱਚ ਵੀ ਵਿਦਰੋਹ ਹੋਇਆ। ਬਿਲਾਸਪੁਰ ਦੇ ਉਦਮੀ ਰਾਮ ਨੇ ਅੰਗਰੇਜ਼ਾਂ ਦੇ ਕਾਫਲਿਆਂ ਨੂੰ ਰੋਕਣ ਲਈ ਇੱਕ ਦਲ ਬਣਾਇਆ। ਅੰਗਰੇਜ਼ਾਂ ਨੇ ਉਦਮੀ ਰਾਮ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਵਿਦਰੋਹ ਕਰਨ ਵਾਲੇ ਪਿੰਡਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਅਲੀਪੁਰ ਪਿੰਡ ਦੇ ਤੁਲਸੀ ਰਾਮ ਅਤੇ ਹੰਸ ਰਾਜ, ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ, ਉਹਨਾਂ ਦੇ ਨਾਂ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਬਗਾਵਤ ਨੂੰ ਭਾਵੇਂ ਅੰਗਰੇਜ਼ਾਂ ਨੇ ਆਪਣੇ ਕੁਝ ਪਿੱਠੂ ਦੇਸ਼ੀ ਰਾਜਿਆਂ ਦੀ ਮਦਦ ਨਾਲ ਦਬਾ ਦਿੱਤਾ, ਫਿਰ ਵੀ ਲਾਲ ਕਿਲ੍ਹੇ ਤੋਂ ਲੈ ਕੇ ਪੂਰੀ ਉੱਤਰੀ ਭਾਰਤ ਦੇ ਦੂਰ ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੁੱਖਾਂ ਨਾਲ ਲਟਕ ਰਹੀਆਂ ਗੁੰਮਰਾਹ ਸੈਂਕੜੇ ਦੇਸ਼ ਭਗਤਾਂ ਦੀਆਂ ਲਾਸ਼ਾਂ ਆਜ਼ਾਦੀ ਦੀ ਇਸ ਪਹਿਲੀ ਜੰਗ ਦੇ ਜੋਸ਼ ਨੂੰ ਬਿਆਨ ਕਰਦੀਆਂ ਹਨ। 1857 ਈਸਵੀ ਦੇ ਵਿਦਰੋਹ ਤੋਂ ਪ੍ਰੇਰਨਾ ਲੈ ਕੇ 20ਵੀਂ ਸਦੀ ਦੇ ਸ਼ੁਰੂ ਵਿੱਚ ਗਦਰੀ ਦੇਸ਼ ਭਗਤ ਬਾਹਰਲੇ ਦੇਸ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਏ। ਇਹੀ ਲੜੀ ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬੀਆਂ ਤੱਕ ਅੱਗੇ ਚਲਦੀ ਰਹੀ। ਮਤਲਬ ਜੋ ਵਿਦਰੋਹ 1857 ਤੋਂ ਸ਼ੁਰੂ ਹੋਇਆ, ਇਹ 20ਵੀਂ ਸਦੀ ਤੱਕ ਅੱਗੇ ਦੀ ਅੱਗੇ ਚੱਲਦਾ ਰਿਹਾ, ਜਿਸ ਤੋਂ ਪ੍ਰੇਰਨਾ ਲੈ ਕੇ ਭਗਤ ਸਿੰਘ ਵਰਗੇ ਇਨਕਲਾਬੀ
ਪੈਦਾ ਹੋਏ। ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬੇਕਾਰ ਨਹੀਂ ਗਈਆਂ, ਸਗੋਂ ਬਾਅਦ ਦੇ ਸਾਲਾਂ ਵਿੱਚ ਰਾਸ਼ਟਰੀ ਅੰਦੋਲਨ ਦਾ ਹੋਰ ਵਿਕਸਿਤ ਜਥੇਬੰਦਕ ਅਤੇ ਨਿਖਰਿਆ ਰੂਪ ਸਾਹਮਣੇ ਆਇਆ। ਅਖੀਰ 1947 ਵਿੱਚ ਆਜ਼ਾਦੀ ਮਿਲੀ। ਸਾਨੂੰ ਸਾਡੀ ਇਸ ਅਮੀਰ ਵਿਰਾਸਤ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੋ 1857 ਈਸਵੀ ਦਾ ਵਿਦਰੋਹ ਹੈ, ਉਹ ਸਾਨੂੰ ਆਜ਼ਾਦੀ ਪ੍ਰਾਪਤ ਕਰਨ ਦੇ ਵਿੱਚ ਉਸ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਆਖਿਆ ਜਾਂਦਾ ਹੈ, ਕਿਉਂਕਿ ਉਸ ਤੋਂ ਲੈ ਕੇ ਹਰ ਭਾਰਤੀ ਦੇ ਦਿਲ ਦੇ ਵਿੱਚ ਆਜ਼ਾਦੀ ਪ੍ਰਾਪਤ ਕਰਨ ਦਾ ਸੁਪਨਾ ਜਾਗਿਆ ਅਤੇ ਉਹਨਾਂ ਨੇ ਆਪਣੀ ਵੱਧ ਤੋਂ ਵੱਧ ਸ਼ਹਾਦਤਾਂ ਦਿੱਤੀਆਂ। ਸਾਨੂੰ ਆਜ਼ਾਦੀ ਦਿਵਾਉਣ ਲਈ ਕਿੰਨੇ ਲੋਕਾਂ ਨੇ ਆਪਣੀਆਂ ਸ਼ਹਾਦਤ ਦਿੱਤੀ, ਫਾਂਸੀ 'ਤੇ ਚੜ੍ਹੇ। ਇਸ ਲਈ ਸਾਨੂੰ ਉਹਨਾਂ ਦੇ ਜੋ ਸੁਪਨੇ ਸੀ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ।